Dear students, so now let us continue with what we were doing. ਇਹਨੂੰ ਦੇਖੋ ਹੁਣ ਆਪਾਂ ਕੀ ਗੱਲ ਕੀਤੀ ਸੀ, we all have company manners and home manners. So ਹੁਣ ਤੱਕ ਉਹਨੇ ਬਹੁਤ ਥੋੜੀਆਂ ਗੱਲਾਂ ਕੀਤੀਆਂ and I hope those are clear to you ਔਰ ਤੁਸੀਂ ਲਰਨ ਵੀ ਕਰੀ ਜਾਓ। ਪਹਿਲੀ ਗੱਲ ਉਹਨੇ ਕੀ ਕੀਤੀ ਕਿ ਮੈਂ ਕਿਹਨਾਂ ਨਾਲ ਗੱਲ ਕਰਦਾ ਪਿਆ ਜਿਹੜੇ ਕਿ ਹੈਗੇ ਹੈ ਜਿਹੜੇ ਕਿ ਇੰਗਲਿਸ਼ ਸਿੱਖਣ ਦੇ ਚਾਹਵਾਨ ਹੈ। ਉਹਨਾਂ ਨੂੰ ਉਹਨੇ ਕੀ ਗੱਲ ਸਮਝਾਈ ਹੈ ਦੈਟ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਕਰੈਕਟ ਇੰਗਲਿਸ਼ ਮੈਂ ਬੋਲਦਾ ਕਿਉਂਕਿ ਹਰ ਇੱਕ ਦੇ ਉੱਪਰ ਉਹਦੇ ਕੰਟਰੀ ਦਾ ਪ੍ਰਭਾਵ ਜਾਂ ਉਹਦੇ ਜਿੱਥੇ ਉਹ ਵੱਡਾ ਹੋਇਆ ਜਾਂ ਜਿੱਥੇ ਉਹਦੀ ਸਕੂਲਿੰਗ ਹੋਈ ਹੈ ਉਹਦਾ ਪ੍ਰਭਾਵ ਆ ਹੀ ਜਾਂਦਾ। ਸੋ ਲਹਿਜੇ ਦੇ ਵਿੱਚ ਆ ਜਾਂਦਾ। ਇਸ ਕਰਕੇ ਨੋਬਡੀ ਕੈਨ ਸੇ ਦੈਟ ਹੀ ਸਪੀਕਸ ਕਰੈਕਟ ਇੰਗਲਿਸ਼ ਵੋਟ। ਸੋ ਇਸ ਕਰਕੇ ਅਸੀਂ ਵੀ ਇਹ ਨਹੀਂ ਕਹਿ ਸਕਦੇ ਕਿ ਵੀ ਵਾਂਟ ਟੂ ਲਰਨ ਕਰੈਕਟ ਇੰਗਲਿਸ਼। ਅਸੀਂ ਸਿਰਫ ਕੀ ਸਿੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ਗੁੱਡ ਇੰਗਲਿਸ਼। ਗੁੱਡ ਇੰਗਲਿਸ਼ ਦਾ ਦੂਜਾ ਨਾਮ ਕੀ ਹੈ ਪ੍ਰੈਜੈਂਟੇਬਲ ਇੰਗਲਿਸ਼। ਫਿਰ ਉਸ ਤੋਂ ਬਾਅਦ ਉਹਨੇ ਕੀ ਗੱਲ ਕੀਤੀ ਹੈ ਕਿ ਕੰਪਨੀ ਮੈਨਰਸ ਆਰ ਡਿਫਰੈਂਟ ਐਂਡ ਹੋਮ ਮੈਨਰਸ ਆਰ ਡਿਫਰੈਂਟ। ਕਿ ਸਾਡੇ ਤੌਰ ਤਰੀਕੇ ਬਦਲ ਜਾਂਦੇ ਆ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਬਾਹਰਲੇ ਬੰਦੇ ਨਾਲ, ਅਤੇ ਜਦੋਂ ਅਸੀਂ ਆਪਣੇ ਘਰਦਿਆਂ ਨਾਲ ਜਾਂ ਕੋਈ ਬੜੇ ਨੇੜੇ ਦੇ ਫਰੈਂਡ ਨਾਲ ਗੱਲ ਕਰਦੇ ਹਾਂ ਅਤੇ ਸਾਡੇ ਜਿਹੜੇ ਤੌਰ ਤਰੀਕੇ ਆ ਉਹ ਹੋਰ ਹੁੰਦੇ ਆ। ਅਤੇ ਜਦੋਂ ਅਸੀਂ ਕਿਸੇ ਵਿਅਕਤੀ ਜਿਹਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਨਹੀਂ ਜਾਣਦੇ ਉਹਦੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਤਰੀਕੇ ਹੋਰ ਹੁੰਦੇ ਆ। ਸਿਰਫ ਗੱਲਬਾਤ ਕਰਨ ਦਾ ਤਰੀਕਾ ਹੀ ਨਹੀਂ, ਹਰ ਤਰ੍ਹਾਂ ਦਾ ਤਰੀਕਾ ਤੌਰ ਤਰੀਕੇ ਸਾਡੇ ਬਦਲ ਜਾਂਦੇ ਆ ਵੈਨ ਵੀ ਆਰ ਸਪੀਕਿੰਗ ਟੂ ਅ stranger and when our manners are different when we are speaking to our family members or very close friends। ਠੀਕ ਹੈ, ਇੰਨੀ ਹੁਣ ਗੱਲ ਹੋ ਗਈ। ਫਿਰ ਉਹਨੇ ਕੀ ਗੱਲ ਕੀਤੀ ਕਿ ਜੇ ਸਪੋਜ਼ ਮੈਂ ਘੜੀ ਦੀ ਚਾਬੀ ਦੇਣਾ ਭੁੱਲ ਜਾਵਾਂ ਤਾਂ ਮੈਂ ਆਪਣੇ ਦੋਸਤ ਨਾਲ ਨੂੰ ਜਾਂ ਆਪਣੀ ਘਰ ਦੇ ਮੈਂਬਰ ਨੂੰ ਕਿੱਦਾਂ ਪੁੱਛੂੰਗਾ। ਠੀਕ ਹੈ, ਔਰ ਜੇ ਮੈਂ ਕਿਸੇ ਨੂੰ ਬਾਹਰਲੇ ਨੂੰ ਪੁੱਛੂੰਗਾ ਬਹੁਤ ਧਿਆਨ ਨਾਲ ਪੁੱਛੂੰਗਾ ਵੀ ਕਿੰਨਾ ਟਾਈਮ ਹੋਇਆ ਤੁਹਾਡੀ ਘੜੀ ਵਿੱਚ। ਹੁਣ ਮਜ਼ੇ ਦੀ ਗੱਲ ਕੀ ਹੈ ਕਿ ਜੇ ਤੁਸੀਂ ਸਪੋਜ਼ ਹੁਣ ਘਰਦੇ ਨੂੰ ਪੁੱਛੋਗੇ ਬਿਲਕੁਲ ਜੇ ਉੱਦਾਂ ਪੁੱਛੋਗੇ ਕਿ ਜਿੱਦਾਂ ਤੁਸੀਂ ਬਾਹਰਲੇ ਨਾਲ ਗੱਲ ਕਰਦੇ ਹੋ ਤਾਂ ਉਹ ਬਹੁਤ ਹੈਰਾਨ ਹੋਊਗਾ। ਫੋਰ ਐਗਜ਼ਾਮਪਲ ਜੇ ਤੁਸੀਂ ਸਪੋਜ਼ ਆਪਣੇ ਬ੍ਰਦਰ ਸਿਸਟਰ ਨੂੰ ਪੁੱਛਦੇ ਹੋ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਮਾਂ ਕਿੰਨਾ ਹੋਇਆ ਜਾਂ ਟਾਈਮ ਕਿੰਨਾ ਹੋਇਆ ਹੈ, ਤਾਂ ਉਹ ਬਹੁਤ ਜ਼ਿਆਦਾ ਹੈਰਾਨ ਹੋ ਜਾਊਗਾ ਵੀ ਇਹ ਨਾ ਦਿਮਾਗ ਖਰਾਬ ਹੋ ਗਿਆ। ਔਰ ਇਸੇ ਤਰ੍ਹਾਂ ਦੇ ਨਾਲ ਜੇ ਤੁਸੀਂ ਜਿੱਦਾਂ ਤੁਸੀਂ ਉਹਦੇ ਨਾਲ ਬੋਲਦੇ ਹੋ ਘਰ, ਜੇ ਤੁਸੀਂ ਬਾਹਰਲੇ ਨਾਲ ਬੋਲੋਗੇ ਤਾਂ ਕੀ ਹੋਊਗਾ, ਅਗਲੇ ਨੂੰ ਤੁਹਾਡੀ ਗੱਲ ਹੀ ਨਹੀਂ ਸਮਝ ਆਉਣੀ। ਸੋ ਇਹ ਉਹਨੇ ਗੱਲ ਪ੍ਰੂਵ ਕੀਤੀ ਹੈ ਦੈਟ ਆਵਰ ਹੋਮ ਮੈਨਰਸ ਆਰ ਡਿਫਰੈਂਟ ਐਂਡ ਆਵਰ ਕੰਪਨੀ ਮੈਨਰਸ ਆਰ ਡਿਫਰੈਂਟ। ਹੁਣ ਤੁਸੀਂ ਆ ਜਾਓ ਅਗਲੇ ਪੈਰੇ 'ਤੇ ਦੇਖੋ। ਆਈ ਐਮ ਨਾਓ ਲਾਸਟ ਪੈਰਾ ਇਹਦਾ ਪੇਜ ਨੰਬਰ 58 ਦਾ, ਪੇਜ ਦਾ ਲਾਸਟ ਪੈਰਾ ਹੈ। ਦੇਖੋ ਇਹਨੂੰ ਹੁਣ ਆਈ ਐਮ ਨਾਓ ਗੋਇੰਗ ਟੂ ਐਡਰੈਸ ਮਾਈ ਸੈਲਫ ਸਪੈਸ਼ਲੀ ਟੂ ਮਾਈ ਫੋਰਨ ਹੀਅਰਰਸ। ਸੋ ਕਹਿੰਦਾ ਹੁਣ ਮੈਂ ਕਿਹਨਾਂ ਨਾਲ ਗੱਲ ਕਰਨ ਲੱਗਾ ਜਿਹੜੇ ਕਿ ਮੇਰੇ ਵਿਦੇਸ਼ੀ ਸੁਣਨ ਵਾਲੇ। ਵਿਦੇਸ਼ੀ ਸੁਣਨ ਵਾਲੇ ਕੌਣ ਹੈ ਕਿ ਜਿਹੜੇ ਇੰਗਲੈਂਡ ਦੇ ਨੇਟਿਵਸ ਨਹੀਂ ਹੈ, ਜਿਹੜੇ ਕਿ ਅੰਗਰੇਜ਼ ਨਹੀਂ ਹੈ, ਉਹ ਕੀ ਹੈਗੇ ਉਹਨਾਂ ਨਾਲ ਮੈਂ ਕਹਿੰਦਾ ਹੁਣ ਖਾਸ ਇੱਕ ਗੱਲ ਕਰਨਾ ਚਾਹੁੰਦਾ। ਇਹਦੇ ਵਿੱਚ ਇਹ ਸਾਰੇ ਕੌਣ ਹੈ ਜਿੱਦਾਂ ਸਾਡੇ ਵਰਗੇ ਲੋਕ। ਵੀ ਆਰ ਫੋਰਨ ਹੀਅਰਰਸ, ਵੀ ਆਰ ਦਾ ਫੋਰਨ ਲਰਨਰਸ ਆਫ ਇੰਗਲਿਸ਼। ਸੋ ਕਹਿੰਦਾ ਹੁਣ ਮੈਂ ਤੁਹਾਡੇ ਨਾਲ ਇੱਕ ਖਾਸ ਗੱਲ ਕਰਨਾ ਚਾਹੁੰਦਾ। ਔਰ ਉਹ ਗੱਲ ਕੀ ਕਹੇਗਾ ਕਿ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਜਦੋਂ ਨਵੇਂ ਆਏ ਹੋ ਤਾਂ ਉਹਨੇ ਤੁਹਾਨੂੰ ਇੱਕ ਗੱਲ ਕਹਿਣੀ ਹੈ ਕਿ ਤੁਹਾਡੇ ਵਾਸਤੇ ਖਾਸ ਐਡਵਾਈਸ ਦੇ ਰਿਹਾ ਉਹ ਜਿਹੜੇ ਬਾਹਰੋਂ ਦੀ ਲੋਕ ਇੰਗਲੈਂਡ ਜਾਂਦੇ। ਕਹਿੰਦਾ ਇੱਥੇ ਆ ਕੇ ਤੁਸੀਂ ਬ੍ਰੋਕਨ ਇੰਗਲਿਸ਼ ਬੋਲਿਓ ਤਾਂ ਵਧੀਆ ਰਹੋਗੇ। ਬ੍ਰੋਕਨ ਇੰਗਲਿਸ਼ ਦਾ ਮਤਲਬ ਕੀ ਹੈ? ਟੁੱਟੀ ਫੁੱਟੀ ਅੰਗਰੇਜ਼ੀ। ਬ੍ਰੋਕਨ ਇੰਗਲਿਸ਼ ਦਾ ਮਤਲਬ ਕੀ ਹੈ? ਜਿਹਦੇ ਵਿੱਚ ਗ੍ਰਾਮਰ ਵਰਡਸ ਨਾ ਹੋਣ, ਉਹਨੂੰ ਆਪਾਂ ਕੀ ਕਹਿੰਦੇ ਆ? ਬ੍ਰੋਕਨ ਇੰਗਲਿਸ਼। ਸੋ ਕੀ ਕਹਿੰਦਾ ਕਿ ਇਟ ਵਿਲ ਬੀ ਬੈਟਰ ਇਫ ਯੂ ਸਪੀਕ ਬ੍ਰੋਕਨ ਇੰਗਲਿਸ਼। ਹੁਣ ਇਹਨੇ ਦੇਖੋ I am now going to address myself especially to my foreign hearers. I have to give them another warning of quite a different kind. So ਕਹਿੰਦਾ ਹੁਣ ਖਾਸ ਇੱਕ ਵਾਰਨਿੰਗ ਕਿਹਨਾਂ ਵਾਸਤੇ ਜਿਹੜੇ ਕਿ ਬਾਹਰੋਂ ਦੀ ਇੰਗਲੈਂਡ ਆਉਣਾ ਚਾਹੁੰਦੇ। ਕਹਿੰਦਾ ਉਹਨਾਂ ਨੂੰ ਮੈਂ ਇੱਕ ਚੇਤਾਵਨੀ ਦੇਣਾ ਚਾਹੁੰਦਾ। ਦੇਖੋ if you are learning English because you intend to travel to England and wish to be understood there, do not try to speak English perfectly. So ਕਹਿੰਦਾ ਜੇ ਤੁਸੀਂ ਸਪੋਜ਼ ਇੰਗਲੈਂਡ ਆਉਣਾ ਚਾਹੁੰਦੇ ਹੋ ਤਾਂ ਕਹਿੰਦਾ ਇੱਥੇ ਆ ਕੇ ਤੁਸੀਂ ਬਹੁਤ ਪਰਫੈਕਟ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਨਾ ਕਰਿਓ। ਬਿਕੋਜ਼ ਇਫ ਯੂ ਡੂ ਨੋ ਵਨ ਵਿਲ ਅੰਡਰਸਟੈਂਡ ਯੂ। ਸੋ ਕਹਿੰਦਾ ਜੇ ਤੁਸੀਂ ਬੜੀ ਪਰਫੈਕਟ ਇੰਗਲਿਸ਼ ਬੋਲੀ ਤਾਂ ਫਿਰ ਕੀ ਹੋਊਗਾ? ਤੁਹਾਨੂੰ ਕਿਸੇ ਨੇ ਸਮਝ ਹੀ ਨਹੀਂ ਪਾਉਣਾ। ਸਪੋਜ਼ ਤੁਸੀਂ ਇੱਥੋਂ ਦੀ ਸਾਰੀ ਗ੍ਰਾਮਰ ਵਗੈਰਾ ਸਿੱਖ ਕੇ ਗਏ ਹੋ
ਤੁਸੀਂ ਪੂਰੇ ਪੂਰੇ ਸੈਂਟੈਂਸਸ ਬੋਲ ਸਕਦੇ ਹੋ, ਪਰ ਕਹਿੰਦਾ ਉੱਥੇ ਜਾ ਕੇ ਬੋਲਿਓ ਨਾ ਨਵੇਂ ਨਵੇਂ ਗਿਆਨ ਨੂੰ, ਕਿਉਂਕਿ ਤੁਹਾਨੂੰ ਕੋਈ ਨਹੀਂ ਸਮਝੇਗਾ। ਇਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਹੈ ਕਿ ਤੁਹਾਡਾ ਲਹਿਜਾ ਕਦੀ ਵੀ ਅੰਗਰੇਜ਼ਾਂ ਵਾਲਾ ਨਹੀਂ ਹੋ ਸਕਦਾ। ਭਾਵੇਂ ਤੁਸੀਂ ਇੱਥੇ ਕਿੰਨੀ ਵੀ ਆਪਣੀ ਆਪਣੀ ਕੰਟਰੀ 'ਚ ਭਾਵੇਂ ਤੁਸੀਂ ਜਿੰਨੀ ਮਰਜ਼ੀ ਇੰਗਲਿਸ਼ ਸਿੱਖ ਕੇ ਗਏ ਹੋਵੋ, ਪਰ ਤੁਹਾਡਾ ਲਹਿਜਾ ਉਹ ਨਹੀਂ ਹੋ ਸਕਦਾ ਜਿਹੜਾ ਕਿ ਅੰਗਰੇਜ਼ਾਂ ਦਾ ਹੁੰਦਾ। ਸੋ ਥੋੜ੍ਹਾ ਜਿਹਾ ਇਹਨੂੰ ਧਿਆਨ ਨਾਲ ਸੁਣੋ ਕਿ ਇਹ ਕਦੋਂ ਦੀ ਗੱਲ ਕਰ ਰਿਹਾ ਹੈਗਾ, ਜਦੋਂ ਕਿ ਆਈਲੈਟਸ ਵਗੈਰਾ ਦੀਆਂ ਕੋਈ ਕਲਾਸਾਂ ਨਹੀਂ ਸੀਗੀਆਂ, ਮਤਲਬ ਕਿ ਇਟ ਵਾਜ਼ ਨਾਟ ਪੋਸੀਬਲ ਟੂ ਹੀਅਰ ਐਨੀ ਆਡੀਓ ਰਿਕਾਰਡਿੰਗਸ। ਕਿਉਂਕਿ ਹੁਣ ਤੁਸੀਂ ਜਦੋਂ ਕੋਈ ਇੱਦਾਂ ਦੇ ਸਕੂਲਾਂ ਵਿੱਚ ਜਾਂਦੇ ਹੋ, ਉੱਥੇ ਤੁਹਾਨੂੰ ਖਾਸ ਤੁਹਾਨੂੰ ਕੀ ਉਹ ਕਰਦੇ ਹੈਗੇ, ਜਿਹੜੇ ਸਿਖਾਉਣ ਵਾਲੇ ਹੁੰਦੇ ਆ ਉਹ ਤੁਹਾਨੂੰ ਕਈ ਤਰ੍ਹਾਂ ਦੀਆਂ ਟੇਪਸ ਸੁਣਾਉਂਦੇ ਆ। ਜੇ ਤੁਸੀਂ ਉਸ ਸਕੂਲ 'ਚ ਨਹੀਂ ਵੀ ਜਾਂਦੇ, ਈਵਨ ਦੈਨ ਤੁਸੀਂ ਅੰਗਰੇਜ਼ੀ ਸੁਣਨ ਦਾ ਮੌਕਾ ਵੀ, ਉੱਥੇ ਕਿੱਦਾਂ ਅੰਗਰੇਜ਼ੀ ਬੋਲਦੇ ਆ ਤੁਹਾਨੂੰ ਬਹੁਤ ਮੌਕੇ ਮਿਲਦੇ ਆ, ਔਰ ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ, ਉਹਨਾਂ ਵਾਂਗਰ ਬੋਲਣੀ ਇੱਥੇ ਵੀ ਸਿੱਖ ਸਕਦੇ ਹੋ। ਪਰ ਉਹ ਕਦੋਂ ਦੀ ਗੱਲ ਕਰ ਰਹੇ, ਬਹੁਤ ਪੁਰਾਣੀ, ਜਦੋਂ ਕਿ ਕੋਈ ਜਾਂਦਾ ਸੀ ਬਾਹਰ, ਬਹੁਤ ਘੱਟ ਲੋਕ ਹੁੰਦੇ ਸੀ ਜਿਹੜੇ ਕਿ ਬਾਹਰ ਜਾਂਦੇ ਸੀਗੇ ਬਾਹਰਲੀ ਕੰਟਰੀ 'ਚ, ਅਦਰਵਾਈਜ਼ ਲੋਕਾਂ ਨੂੰ ਮੌਕਾ ਨਹੀਂ ਮਿਲਦਾ ਸੀਗਾ। ਸੋ ਇਸ ਕਰਕੇ ਕੋਈ ਇੱਦਾਂ ਦੇ ਖਾਸ ਸਕੂਲ ਵੀ ਨਹੀਂ ਸੀ, ਜਾਂ ਕੋਈ ਇੱਦਾਂ ਦੀਆਂ ਖਾਸ ਕੋਈ ਰਿਕਾਰਡਿੰਗਸ ਵੀ ਨਹੀਂ ਹੁੰਦੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਕਿ ਲੋਕ ਸਿੱਖ ਸਕਣ। ਪਰ ਅੱਜ ਜਿਹੜਾ ਹਾਲ ਹੈ ਉਹ ਥੋੜ੍ਹਾ ਜਿਹਾ ਡਿਫਰੈਂਟ ਹੈ। ਅੱਜ ਤੁਸੀਂ ਜਦੋਂ ਕੋਈ ਵੀ ਇੱਦਾਂ ਦੇ ਸਕੂਲਾਂ ਜਾਂਦੇ ਹੋ, ਉੱਥੇ ਤੁਹਾਨੂੰ ਖਾਸ ਉਹ ਇੱਦਾਂ ਦਾ ਲਹਿਜਾ ਬੋਲਣਾ ਸਿਖਾਉਂਦੇ ਆ। ਐਨੀ ਹਾਓ ਹੁਣ ਉਹ ਕੀ ਐਡਵਾਈਸ ਦੇ ਰਿਹਾ ਕਿ ਜਦੋਂ ਨਵੇਂ ਨਵੇਂ ਗਏ ਹੋ, ਭਾਵੇਂ ਬੜੀ ਪਰਫੈਕਟ ਇੰਗਲਿਸ਼ ਬੋਲਦੇ ਹੋ, ਬੜਾ ਗ੍ਰਾਮਰ ਸਹੀ ਹੈ, ਲੰਮੇ ਲੰਮੇ ਸੈਂਟੈਂਸਿਸ ਬੋਲ ਦਿੰਦੇ ਹੋ, ਪਰ ਬੋਲਿਓ ਨਾ ਉਹਦੇ ਮੁਤਾਬਿਕ। ਕਿਉਂ? ਕਿਉਂਕਿ ਉੱਥੇ ਜਾ ਕੇ ਫੇਲ ਹੋ ਜਾਓਗੇ। ਫੇਲ ਕਿੱਦਾਂ ਹੋ ਜਾਓਗੇ ਵੀ ਕਿਸੇ ਨੂੰ ਤੁਹਾਡੀ ਗੱਲ ਸਮਝ ਹੀ ਨਹੀਂ ਆਉਣੀ, ਕਿਉਂਕਿ ਇੰਗਲਿਸ਼ ਤੁਹਾਡੀ ਸਹੀ ਹੋਊਗੀ ਪਰ ਲਹਿਜਾ ਉਹਨਾਂ ਵਰਗਾ ਤੁਹਾਡਾ ਹੋ ਹੀ ਨਹੀਂ ਸਕਦਾ ਜਦੋਂ ਤੱਕ ਕਿ ਤੁਸੀਂ ਥੋੜ੍ਹੇ ਸਮੇਂ ਉੱਥੇ ਨਾ ਰਹੇ ਹੋਵੋ। ਮਤਲਬ ਜਦੋਂ ਤੁਸੀਂ ਉੱਥੇ ਰਹਿ ਲਓਗੇ, ਫਿਰ ਤੁਸੀਂ ਸਿੱਖ ਲਓਗੇ ਉਹਨਾਂ ਵਰਗਾ ਲਹਿਜਾ, ਅਤੇ ਫਿਰ ਉੱਦਾਂ ਬੋਲ ਲਓਗੇ। ਸੋ ਕਹਿੰਦਾ ਇਸ ਕਰਕੇ ਜਦੋਂ ਨਵੇਂ ਨਵੇਂ ਗਏ ਹੋ, ਪੂਰੇ ਸੈਂਟੈਂਸਿਸ ਨਾ ਬੋਲਿਓ, ਸਪੀਕ ਬ੍ਰੋਕਨ, ਕਿ ਬ੍ਰੋਕਨ ਇੰਗਲਿਸ਼ ਬੋਲਿਓ। I have already explained that though there is no such thing as perfectly correct English, there is presentable English which we call good English. So ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਸਮਝਾਈ ਹੈ ਕਿ ਕਰੈਕਟ ਇੰਗਲਿਸ਼ ਦੀ ਕੋਈ ਵੰਨਗੀ ਨਹੀਂ ਹੈਗੀ, ਕਿਉਂਕਿ ਕੋਈ ਇੱਦਾਂ ਦਾ ਬੰਦਾ ਹੀ ਨਹੀਂ ਹੈ ਜਿਹੜਾ ਕੀ ਕਹਿ ਸਕੇ ਕਿ ਮੈਂ ਕਰੈਕਟ ਇੰਗਲਿਸ਼ ਬੋਲਦਾ। ਸੋ ਕਹਿੰਦਾ ਕਿਹੜੀ ਚੀਜ਼ ਇਸ ਦੁਨੀਆ ਵਿੱਚ ਮਿਲਦੀ ਹੈ ਅਤੇ ਤੁਸੀਂ ਸਿੱਖ ਸਕਦੇ ਹੋ, ਉਹ ਕੀ ਹੈ? ਗੁੱਡ ਇੰਗਲਿਸ਼, ਜਾਂ ਜਿਹਦਾ ਦੂਜਾ ਨਾਮ ਕੀ ਹੈ? ਪ੍ਰੈਜ਼ੈਂਟੇਬਲ ਇੰਗਲਿਸ਼। ਸੋ ਕਹਿੰਦਾ ਮੈਂ ਤੁਹਾਨੂੰ ਇਹ ਗੱਲ ਸਮਝਾਈ ਹੈ। ਬਟ ਇਨ ਲੰਡਨ 999 ਆਊਟ ਆਫ ਐਵਰੀ 1000 ਪੀਪਲ ਨਾਟ ਓਨਲੀ ਸਪੀਕ ਬੈਡ ਇੰਗਲਿਸ਼ ਬਟ ਸਪੀਕ ਈਵਨ ਦੈਟ ਬੈਡਲੀ। ਸੋ ਹੁਣ ਉਹਨੇ ਇੱਕ ਸਾਨੂੰ ਬਹੁਤ ਹੈਰਾਨੀ ਵਾਲੀ ਗੱਲ ਦੱਸੀ ਹੈ, ਜਿਹੜੀ ਕਿ ਸਾਨੂੰ ਚੌਂਕਾ ਦੇਊਗੀ, ਕਿਉਂਕਿ ਅਦਰਵਾਈਜ਼ ਅਸੀਂ ਕੀ ਸਮਝਦੇ ਹਾਂ ਵੀ ਅੰਗਰੇਜ਼ ਤਾਂ ਵਧੀਆ ਅੰਗਰੇਜ਼ੀ ਬੋਲਦੇ ਹੋਣੇ, ਪਰ ਉਹ ਕੀ ਕਹਿੰਦਾ ਹੈ ਕਿ ਇੰਗਲੈਂਡ ਦੇ ਵਿੱਚ ਕਿੰਨਾ ਉਹ ਕਹਿ ਰਿਹਾ ਹੈਗਾ 999 999 ਹਜ਼ਾਰ ਲੋਕਾਂ 'ਚੋਂ 999 ਲੋਕ ਕਹਿੰਦਾ ਖਰਾਬ ਅੰਗਰੇਜ਼ੀ ਬੋਲਦੇ। ਸੋ ਰਹਿ ਕਿੰਨਾ ਗਿਆ ਸਹੀ ਇੰਗਲਿਸ਼ ਵਾਲਾ? ਸਿਰਫ ਇੱਕ। ਸੋ ਪੁਰਾਣੀ ਗੱਲ ਉਹ ਕਰ ਰਿਹਾ। ਸੋ ਕੀ ਕਹਿੰਦਾ ਕਿ ਅੰਗਰੇਜ਼ ਵੀ 1000 'ਚੋਂ 999 ਮਾੜੀ ਅੰਗਰੇਜ਼ੀ ਬੋਲਦੇ ਆ। ਸੋ ਇਹ ਸਾਡੇ ਵਾਸਤੇ ਬਹੁਤ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਅਸੀਂ ਕੀ ਮੰਨਦੇ ਹਾਂ ਵੀ ਅੰਗਰੇਜ਼ ਤਾਂ ਚੰਗੀ ਅੰਗਰੇਜ਼ੀ ਬੋਲਦੇ ਹੀ ਹੋਣੇ ਆ। You may say that even if they do not speak English well themselves, they can at least understand it when it is well spoken. ਸੋ ਕਹਿੰਦਾ ਹੁਣ ਮੈਂ ਤੁਹਾਨੂੰ ਜਦੋਂ ਕਹਿਣਾ ਹੈ ਵੀ ਉੱਥੇ ਜਾ ਕੇ ਬਹੁਤ ਹੀ ਵਧੀਆ ਨਾ ਅੰਗਰੇਜ਼ੀ ਝਾੜਿਓ, ਤਾਂ ਤੁਸੀਂ ਮੈਨੂੰ ਕੀ ਕਹੋਗੇ ਵੀ ਉੱਥੇ ਅੰਗਰੇਜ਼ਾਂ ਨੂੰ ਤਾਂ ਆਉਂਦੀ ਹੋਣੀ ਹੈ, ਪਰ ਕਹਿੰਦਾ ਮੈਂ ਤੁਹਾਨੂੰ ਕੀ ਦੱਸ ਰਿਹਾ ਕਿ ਬਹੁਤੇ ਅੰਗਰੇਜ਼ਾਂ ਨੂੰ ਵੀ ਵਧੀਆ ਇੰਗਲਿਸ਼ ਬੋਲਣੀ ਨਹੀਂ ਆਉਂਦੀ। ਸੋ ਕਹਿੰਦਾ ਤੁਹਾਡੀ ਅਗਲੀ ਗੱਲ ਕੀ ਹੋਊਗੀ ਵੀ ਸਾਨੂੰ ਉੱਥੇ ਵਧੀਆ ਹੀ ਬੋਲਣੀ ਚਾਹੀਦੀ ਹੈ। ਕਿਉਂਕਿ ਜਿਹੜੇ ਅੰਗਰੇਜ਼ ਆ ਹੋ ਸਕਦਾ ਖੁਦ ਨਾ ਬੋਲਦੇ ਹੋਣ ਚੰਗੀ ਇੰਗਲਿਸ਼, ਪਰ ਜੇ ਕੋਈ ਉਹਨਾਂ ਸਾਹਮਣੇ ਆਫਟਰ ਆਲ ਉਹਨਾਂ ਦੀ ਮਦਰ ਟੰਗ ਹੈ ਜਾਂ ਉਹਨਾਂ ਦੀ ਲੈਂਗੁਏਜ ਹੈ, ਕਿ ਜੇ ਅਸੀਂ ਜਾ ਕੇ ਵਧੀਆ ਬੋਲਾਂਗੇ ਸਾਨੂੰ ਸਮਝ ਤਾਂ ਲੈਣਗੇ। ਸੋ ਕਹਿੰਦਾ ਇਹਦਾ ਜਵਾਬ ਕੀ ਹੈਗਾ, ਦੇਖੋ you may say that even if they do not speak English well themselves, they can at least understand it when it is well spoken. ਸੋ ਕਹਿੰਦਾ ਤੁਸੀਂ ਮੈਨੂੰ ਕੀ ਕਹੋਗੇ ਵੀ ਠੀਕ ਹੈ ਉਹ ਨਹੀਂ ਬੋਲ ਸਕਦੇ ਹੋਣੇ ਵਧੀਆ ਇੰਗਲਿਸ਼, ਪਰ ਜਦੋਂ ਅਸੀਂ ਵਧੀਆ ਬੋਲਾਂਗੇ ਸਾਨੂੰ ਸਮਝ ਤਾਂ ਲੈਣਗੇ। ਤਾਂ ਕਹਿੰਦਾ ਕਿ ਮੈਂ ਇਹਦਾ ਕੀ ਜਵਾਬ ਦਿੰਦਾ, they can when the speaker is English. ਸੋ ਕਹਿੰਦਾ ਜਿਹੜੇ ਨਹੀਂ ਵੀ ਉੱਥੇ ਵਧੀਆ ਇੰਗਲਿਸ਼ ਬੋਲਦੇ ਅੰਗਰੇਜ਼, ਵਧੀਆ ਅੰਗਰੇਜ਼ੀ ਬੋਲੀ ਸਮਝ ਲੈਂਦੇ ਹੈ ਜਦੋਂ ਕੋਈ, ਪਰ ਸ਼ਰਤ ਕੀ ਹੈ ਕਿ ਉਹ ਬੋਲਣ ਵਾਲਾ ਕੌਣ ਹੋਵੇ? ਅੰਗਰੇਜ਼। ਠੀਕ ਹੈ। they can when the speaker is English. English means English man, ਠੀਕ ਹੈ, ਜਾਂ ਇੰਗਲਿਸ਼ ਵੂਮੈਨ ਜਿਹੜੀ ਕਿ ਅੰਗਰੇਜ਼ ਹੈ। ਸੋ ਕਹਿੰਦਾ ਉਹ
ਜਿਹੜੇ ਅਨਪੜ੍ਹ ਲੋਕ ਹੈ ਉਹ ਵੀ ਵਧੀਆ ਸੁਣ ਸਮਝ ਜਾਂਦੇ ਆ, ਪਰ ਸ਼ਰਤ ਕੀ ਹੈ ਕਿ ਅੰਗਰੇਜ਼ੀ ਬੋਲਣ ਵਾਲਾ ਕੌਣ ਹੋਣਾ ਚਾਹੀਦਾ ਹੈ? ਇੰਗਲਿਸ਼, ਅੰਗਰੇਜ਼ ਹੋਣਾ ਚਾਹੀਦਾ ਹੈ। ਬਟ ਵੈਨ ਦ ਸਪੀਕਰ ਇਜ਼ ਅ ਫੋਰਨਰ ਦ ਬੈਟਰ ਹੀ ਸਪੀਕਸ ਦ ਹਾਰਡਰ ਇਟ ਇਜ਼ ਟੂ ਅੰਡਰਸਟੈਂਡ ਹਿਮ। ਪਰ ਜੇ ਬੋਲਣ ਵਾਲਾ ਜਿਹੜਾ ਕੀ ਹੈ, ਜੇ ਫੋਰਨਰ ਹੋਵੇ, ਜਿੱਦਾਂ ਤੁਸੀਂ ਜਾਓਗੇ ਹੁਣ, ਸੋ ਕਹਿੰਦਾ ਜਿੰਨਾ ਉਹ ਵਧੀਆ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਵੱਲੋਂ ਪੂਰੀ ਗ੍ਰਾਮਰ ਲਗਾਊਗਾ, ਸੈਂਟੈਂਸਿਸ ਪੂਰੇ ਪੂਰੇ ਬੋਲੂਗਾ, ਓਨਾ ਹੀ ਉਹਨਾਂ ਨੂੰ ਸਮਝਣ ਦੇ ਵਿੱਚ ਪ੍ਰੋਬਲਮ ਆਏਗੀ। No foreigner can even stress the syllables and make the voice rise and fall in question and answer। ਸੋ ਕਹਿੰਦਾ ਭਾਵੇਂ ਕੋਈ ਫੋਰਨਰ ਨੇ ਜਿੰਨੀ ਵਧੀਆ, ਮਤਲਬ ਜਿਹੜਾ ਕੋਈ ਬਾਹਰ ਦਾ ਵਿਅਕਤੀ ਹੈ ਜਿਹੜਾ ਇੰਗਲੈਂਡ ਨਹੀਂ ਰਹਿੰਦਾ, ਭਾਵੇਂ ਉਹਨੇ ਕਿੰਨੀ ਵਧੀਆ ਇੰਗਲਿਸ਼ ਕਿਉਂ ਨਾ ਸਿੱਖੀ ਹੋਵੇ, ਪਰ ਉਹ ਉੱਦਾਂ ਬੋਲ ਹੀ ਨਹੀਂ ਸਕਦਾ ਜਿੱਦਾਂ ਕਿ ਇੱਕ ਅੰਗਰੇਜ਼ ਬੋਲਦਾ ਕਿ ਕਿੱਥੇ ਗਏ ਸੀ। ਹੁਣ ਆਪਾਂ ਇਹ ਪੰਜਾਬੀ 'ਚ ਬੋਲਦੇ ਹਾਂ, ਸੋ ਇੰਗਲਿਸ਼ ਵਿੱਚ ਜਦੋਂ ਬੋਲਾਂਗੇ ਵੇਅਰ ਵਰ ਯੂ, ਮਤਲਬ ਕਿ ਸਾਡੀ ਜਿਹੜੀ ਰਾਈਜ਼ਿੰਗ ਹੈ, ਕਲੀਅਰ। ਜਦੋਂ ਅਸੀਂ ਇੰਗਲਿਸ਼ ਬੋਲਦੇ ਹਾਂ ਤਾਂ ਪਹਿਲਾਂ ਸਾਡਾ ਲਹਿਜਾ ਨੀਵਾਂ ਹੁੰਦਾ, ਫਿਰ ਵੇਅਰ ਵਰ ਯੂ। ਪਰ ਪੰਜਾਬੀ 'ਚ ਆਪਾਂ ਕੀ ਕਹਿੰਦੇ, ਕਿੱਥੇ ਗਏ ਸੀ, ਮਤਲਬ ਕਿ ਜਿਹੜਾ ਆਪਾਂ ਪਹਿਲਾਂ ਉੱਪਰ ਵਾਲਾ ਗੱਲ ਕਰਦੇ ਪੰਜਾਬੀ ਦੇ ਵਿੱਚ, ਕਿੱਥੇ ਗਏ ਸੀ, ਔਰ ਇੰਗਲਿਸ਼ ਦੇ ਵਿੱਚ ਵੇਅਰ ਵਰ ਯੂ, ਮਤਲਬ ਕਿ ਰਾਈਜ਼ਿੰਗ ਹੈ ਅਤੇ ਪੰਜਾਬੀ ਦੇ ਵਿੱਚ ਕੀ ਹੈ, ਫੋਲਿੰਗ ਹੈ। ਸੋ ਕਹਿੰਦਾ ਇਹੀ ਸਾਡੀ ਆਦਤ ਕਿਹਦੇ ਵਿੱਚ ਆ ਜਾਂਦੀ ਹੈ, ਜਦੋਂ ਅਸੀਂ ਇੰਗਲਿਸ਼ ਬਾਹਰ ਜਾ ਕੇ ਬੋਲਦੇ ਹਾਂ। ਸੋ ਕਹਿੰਦਾ ਜਿੰਨਾ ਮਰਜ਼ੀ ਕੋਈ ਫੋਰਨਰ ਜ਼ੋਰ ਲਾ ਲਵੇ, ਉਹਦਾ ਉਹ ਵਾਲਾ ਲਹਿਜਾ ਨਹੀਂ ਹੋ ਸਕਦਾ ਜਿੱਦਾਂ ਦਾ ਕਿ ਇੱਕ ਅੰਗਰੇਜ਼ ਦਾ ਹੁੰਦਾ। ਨੋ ਫੋਰਨਰ ਕੈਨ ਐਵਰ ਸਟ੍ਰੈਸ ਦ ਸਿਲੇਬਲਸ ਐਂਡ ਮੇਕ ਦ ਵੋਇਸ ਰਾਈਜ਼ ਐਂਡ ਫਾਲ ਇਨ ਕੁਐਸਚਨ ਐਂਡ ਆਂਸਰ। ਅਸਰਸ਼ਨ ਐਂਡ ਡਿਨਾਇਲ। ਅਸਰਸ਼ਨ ਮੀਨਸ ਕਿਸੇ ਚੀਜ਼ ਨੂੰ ਜ਼ੋਰ ਦੇ ਕੇ ਕਹਿਣਾ, ਅਤੇ ਡਿਨਾਇਲ ਮੀਨਸ ਇਹ ਕਹਿਣਾ ਕਿ ਇੱਦਾਂ ਨਹੀਂ ਹੋਇਆ। ਇਨ ਰਿਫਿਊਜ਼ਲ ਐਂਡ ਕੰਸੈਂਟ, ਕਹਿੰਦਾ ਹਰ ਚੀਜ਼ ਹੀ ਕਰਨ ਦਾ ਤਰੀਕਾ ਹੋਰ ਤਰ੍ਹਾਂ ਦਾ, ਮਤਲਬ ਬੋਲਣ ਦਾ, ਸੈਂਟੈਂਸ ਦੇ ਵਿੱਚ ਲਹਿਜਾ ਫਰਕ ਹੁੰਦਾ ਹੈ ਹਰ ਭਾਸ਼ਾ ਦਾ। ਜਦੋਂ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਹਾਂ ਮੈਂ ਕੰਮ ਕਰ ਦੂੰਗਾ, ਕੰਸੈਂਟ ਦੇ ਰਹੇ ਹੋ, ਅਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਮੈਂ ਨਹੀਂ ਕਰਨਾ, ਰਿਫਿਊਜ਼ਲ। ਇਨ ਇਨਕੁਆਇਰੀ ਔਰ ਇਨਫੋਰਮੇਸ਼ਨ। ਇਨਕੁਆਇਰੀ ਮੀਨਸ ਜਦੋਂ ਤੁਸੀਂ ਸਵਾਲ ਪੁੱਛ ਰਹੇ ਹੋ ਤਾਂ ਤੁਹਾਡਾ ਇੰਗਲਿਸ਼ ਵਿੱਚ ਲਹਿਜਾ ਹੋਰ ਹੋਊਗਾ ਅਤੇ ਪੰਜਾਬੀ ਦੇ ਵਿੱਚ ਹੋਰ ਹੋਊਗਾ, ਮਤਲਬ ਹਰ ਭਾਸ਼ਾ ਦਾ ਆਪਣਾ ਆਪਣਾ ਤਰੀਕਾ ਹੈਗਾ। ਇਨ ਇਨਕੁਆਇਰੀ ਐਂਡ ਇਨਫੋਰਮੇਸ਼ਨ। ਇਨਫੋਰਮੇਸ਼ਨ ਕੀ ਹੈ, ਜਵਾਬ। ਇਨਕੁਆਇਰੀ ਕੀ ਹੈ, ਸਵਾਲ। ਐਗਜ਼ੈਕਟਲੀ ਐਜ਼ ਅ ਨੇਟਿਵ ਡਸ। ਸੋ ਇਨਫੋਰਮੇਸ਼ਨ ਕੀ ਹੁੰਦੀ, ਜਾਣਕਾਰੀ। ਇਨਕੁਆਇਰੀ ਕੀ ਹੈ, ਜਾਣਕਾਰੀ ਮੰਗਣਾ, ਅਤੇ ਇਨਫੋਰਮੇਸ਼ਨ ਕੀ ਹੈ, ਜਾਣਕਾਰੀ ਦੇਣਾ। Therefore the first thing you have to do is to speak with a strong foreign accent and speak broken। ਸੋ ਉਹਨੂੰ ਇੱਕ ਸੁਨੇਹਾ ਦੇ ਰਿਹਾ ਕਿ ਜਦੋਂ ਤੁਸੀਂ ਇੰਗਲੈਂਡ ਆਓ, ਨਵੇਂ ਨਵੇਂ ਆਏ ਹੋ, ਤਾਂ ਕਹਿੰਦਾ ਕਿ ਬਜਾਏ ਕਿ ਪੂਰੇ ਲੰਮੇ ਲੰਮੇ ਸੈਂਟੈਂਸਿਸ ਬੋਲਣ ਦੇ, ਤੁਸੀਂ ਕੀ ਕਰੋ, ਇੱਕ ਤਾਂ ਸਟਰੋਂਗ ਫੋਰਨ ਐਕਸੈਂਟ ਨਾ ਬੋਲੋ ਕਿ ਸੁਣਨ ਵਾਲੇ ਨੂੰ ਦੂਰੋਂ ਹੀ ਪਤਾ ਲੱਗ ਜਾਵੇ ਵੀ ਇਹ ਇੰਡੀਆ ਤੋਂ ਆਇਆ ਜਾਂ ਪਾਕਿਸਤਾਨ ਤੋਂ ਆਇਆ, ਮਤਲਬ ਉਹਨੂੰ ਦੂਰੋਂ ਹੀ ਪਤਾ ਲੱਗ ਜਾਵੇ ਕਿ ਇਹ ਕੀ ਹੈਗਾ, ਇਹ ਅੰਗਰੇਜ਼ ਨਹੀਂ ਹੈ। ਸੋ ਇਹ ਤੁਹਾਨੂੰ ਇੱਕ ਹਿੰਟ ਦੇ ਰਿਹਾ ਹੈ ਕਿ ਕਿੱਦਾਂ ਉੱਥੇ ਜਾ ਕੇ ਤੁਸੀਂ ਸਫਲ ਹੋ ਸਕਦੇ ਹੋ, ਮਤਲਬ ਸ਼ੁਰੂ ਜਾ ਕੇ ਕਿੱਦਾਂ ਤੁਹਾਡੀਆਂ ਸਮੱਸਿਆਵਾਂ ਘੱਟ ਹੋ ਸਕਦੀਆਂ। Therefore the first thing you have to do is to speak with a strong foreign accent and speak broken। broken means ਟੁੱਟੀ ਫੁੱਟੀ ਅੰਗਰੇਜ਼ੀ ਬੋਲੋ, ਵਿੱਚ verb ਵਗੈਰਾ ਨਾ ਲਾਓ। ਫੋਰ ਐਗਜ਼ਾਮਪਲ, ਬਜਾਏ ਕਿ ਇਹ ਕਹਿੰਦੇ ਕੈਨ ਯੂ ਟੈਲ ਮੀ ਵੇਅਰ ਦ ਰੇਲਵੇ ਸਟੇਸ਼ਨ ਇਜ਼, ਤੁਸੀਂ ਕੀ ਕਹੋ, ਇੰਨਾ ਲੰਮਾ ਸੈਂਟੈਂਸ ਬੋਲੋਗੇ ਤਾਂ ਉਹ ਕੀ ਕਹਿੰਦਾ ਕਿ ਅਗਲੇ ਨੂੰ ਤੁਹਾਡੀ ਗੱਲ ਸਮਝ ਹੀ ਨਹੀਂ ਆਉਂਦੀ। ਤੁਸੀਂ ਕੀ ਕਹੋ, ਰੇਲਵੇ ਸਟੇਸ਼ਨ ਵੇਅਰ, ਮਤਲਬ ਵਿੱਚ ਇਜ਼ ਵੀ ਨਾ ਲਗਾਓ, ਵਿੱਚ ਇਜ਼ ਨਾ ਲਗਾਓ, ਕੀ ਕਹੋ, ਵੇਅਰ ਰੇਲਵੇ ਸਟੇਸ਼ਨ ਜਾਂ ਰੇਲਵੇ ਸਟੇਸ਼ਨ ਵੇਅਰ। ਸੋ ਕਹਿੰਦਾ ਤਦ ਤੁਹਾਡੀ ਗੱਲ ਜਿਹੜੀ ਆ ਉਹ ਲੋਕਾਂ ਦੇ ਪੱਲੇ ਪਏਗੀ। ਮਤਲਬ ਸਪੀਕ ਬ੍ਰੋਕਨ, ਦੈਟ ਇਜ਼ ਇੰਗਲਿਸ਼ ਵਿਦਾਊਟ ਐਨੀ ਗ੍ਰਾਮਰ। ਵਿਦਾਊਟ ਐਨੀ ਗ੍ਰਾਮਰ ਦਾ ਮਤਲਬ ਹੀ ਕੀ ਹੈ ਕਿ ਵਿੱਚ ਵਰਬ ਵਗੈਰਾ ਨਾ ਹੀ ਲਾਓ ਤਾਂ ਚੰਗੇ। ਕੁਛ ਵੀ, ਕਾਲਜ ਵਿਚ ਸਾਈਡ, ਬਜਾਏ ਕਿ ਕੈਨ ਯੂ ਟੈਲ ਮੀ ਦ ਵੇ ਟੂ ਦਿਸ ਕਾਲਜ, ਮਤਲਬ ਕੋਈ ਵੀ ਨਾਮ ਲੈ ਕੇ, ਤਾਂ ਉਹ ਕੀ ਕਹਿੰਦਾ ਕਿ ਇਹਦੇ ਨਾਲੋਂ ਤੁਸੀਂ ਕੀ ਬੋਲੋ, ਕਹਿੰਦਾ ਜੇ ਇੱਦਾਂ ਬੋਲੋਗੇ, ਜੇ ਤੁਸੀਂ ਪੂਰਾ ਲੰਬਾ ਸੈਂਟੈਂਸ ਬੋਲੋਗੇ ਤਾਂ ਲਹਿਜਾ, ਕਿਉਂਕਿ ਤੁਹਾਡਾ ਸਮਝ ਨਹੀਂ ਆਉਣਾ ਤਾਂ ਉਹਨਾਂ ਨੂੰ ਤੁਹਾਡੀ ਗੱਲ ਨਹੀਂ ਸਮਝ ਆਉਣੀ। then every English person to whom you speak will at once know that you are a foreigner। ਸੋ ਕਹਿੰਦਾ ਕਿ ਫਿਰ ਹਰ ਇੱਕ ਅੰਗਰੇਜ਼ ਨੂੰ ਜਦੋਂ ਤੁਸੀਂ ਟੁੱਟੀ ਫੁੱਟੀ ਇੰਗਲਿਸ਼ ਬੋਲੋਗੇ, ਉਹਨਾਂ ਨੂੰ ਕੀ ਸਮਝ ਆ ਜਾਊਗੀ ਕਿ ਤੁਸੀਂ ਵਿਦੇਸ਼ੀ ਹੋ। ਸੋ ਕਹਿੰਦਾ ਇੱਦਾਂ ਕਰੋ, ਐਂਡ ਟਰਾਈ ਟੂ ਅੰਡਰਸਟੈਂਡ ਯੂ ਐਂਡ ਬੀ ਰੈਡੀ ਟੂ ਹੈਲਪ ਯੂ। ਫਿਰ ਸਭ ਉਹਨਾਂ ਨੂੰ ਸਮਝ ਆ ਜਾਊਗੀ ਕਿ ਤੁਸੀਂ ਅੰਗਰੇਜ਼ ਨਹੀਂ ਹੈਗੇ ਹੋ। ਫਿਰ ਉਹ ਕੀ ਕਰਨਗੇ, ਉਹ
ਤੁਹਾਡੀ ਗੱਲ ਸਮਝਣਗੇ ਤੇ ਤੁਹਾਨੂੰ ਤੁਹਾਡੀ ਮਦਦ ਕਰਨ ਨੂੰ ਤਿਆਰ ਹੋਣਗੇ। ਹੁਣ ਇਹ ਅਗਲਾ ਪੇਜ ਹੈ, ਦੇਖੋ ਪੇਜ ਨੰਬਰ 59। He will not expect you to be polite and to use elaborate grammatical phrases। ਸੋ ਕਹਿੰਦਾ ਜਦੋਂ ਨਵੇਂ ਨਵੇਂ ਜਾਂਦੇ ਹੋ ਤੁਹਾਨੂੰ ਉਹ ਇਹ ਵੀ ਨਹੀਂ ਸੋਚਦੇ ਵੀ ਇਹ ਸਾਨੂੰ ਪਲੀਜ਼ ਲਾ ਕੇ ਗੱਲ ਕਰਦਾ ਪਿਆ ਕਿ ਨਹੀਂ। ਉਹ ਇਹ ਨਹੀਂ ਤੁਹਾਡੇ ਤੋਂ ਐਕਸਪੈਕਟ ਕਰਦੇ ਕਿ ਤੁਸੀਂ ਕੀ ਕਹੋ, ਕੈਨ ਯੂ ਪਲੀਜ਼ ਟੈਲ ਮੀ ਵਿਚ ਰੋਡ ਲੀਡਸ ਟੂ ਰੇਲਵੇ ਸਟੇਸ਼ਨ। ਕਹਿੰਦਾ ਕਿ ਉਹ ਤੁਹਾਨੂੰ ਉਹ ਸਿਰਫ ਉਹ ਤੁਹਾਡੇ ਤੋਂ ਐਕਸਪੈਕਟ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਬੰਦਾ ਕੀ ਹੈਗਾ, ਨਵਾਂ ਨਵਾਂ। ਸੋ ਕਹਿੰਦਾ ਪਲੀਜ਼ ਨਾ ਵੀ ਲਾਓਗੇ ਤਾਂ ਚੱਲੂਗਾ, ਔਰ ਲੰਬੇ ਲੰਬੇ ਸੈਂਟੈਂਸਿਸ ਨਾ ਹੀ ਬੋਲੋ ਤਾਂ ਚੰਗਾ। He will be interested in you because you are a foreigner and pleased by his cleverness in making out your meaning and being able to tell you what you want to know। ਸੋ ਸਿਰਫ ਉਹ ਤੁਹਾਡੀ ਤਦ ਹੈਲਪ ਕਰੂਗਾ, ਉਹਨੂੰ ਕੀ ਲੱਗੂਗਾ ਵੀ ਇਹ ਵਿਦੇਸ਼ੀ ਹੈ, ਔਰ ਉਹਨੂੰ ਕੀ ਲੱਗੂਗਾ ਆਪਣੇ ਆਪ ਨੂੰ ਥੋੜ੍ਹਾ ਉਹ ਖੁਸ਼ ਹੋਊਗਾ ਵੀ ਮੈਂ ਇਹਨੂੰ ਸਮਝਾ ਸਕਦਾ ਹੈ, ਤਾਂ ਵਿਚਾਰਾ ਨਵਾਂ ਆਇਆ। ਸੋ ਇਸ ਕਰਕੇ ਉਹ ਥੋੜ੍ਹੀ ਜਿਹੀ ਜਿਹਨੂੰ ਆਪਾਂ ਕਹਿੰਦੇ ਹਾਂ ਥੋੜ੍ਹੀ ਜਿਹੀ ਫੂਕ ਲੈ ਲਊਗਾ, ਔਰ ਉਹ ਫਿਰ ਤੁਹਾਨੂੰ ਸਮਝਾਉਣ ਦੇ ਵਿੱਚ ਬੜਾ ਅੱਗੇ ਹੋ ਕੇ ਤੁਹਾਨੂੰ ਗੱਲ ਕਰੇਗਾ। ਠੀਕ ਕਿ ਜੇ ਤੁਸੀਂ ਕਿਸੇ ਨੂੰ ਟੁੱਟੀ ਫੁੱਟੀ 'ਚ ਪੁੱਛੋਗੇ ਤਦ, ਜੇ ਤੁਸੀਂ ਬਹੁਤਾ ਲੰਬੇ ਲੰਬੇ ਸੈਂਟੈਂਸ ਉਹਨੂੰ ਤੁਹਾਡੀ ਗੱਲ ਸਮਝ ਨਹੀਂ ਆਉਣੀ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਦੇਖੋ ਕਿ ਜਦੋਂ ਤੁਸੀਂ ਕਿਸੇ ਤੋਂ ਰਸਤਾ ਪੁੱਛਣਾ ਹੁੰਦਾ ਤਾਂ ਜਿਹੜਾ ਵਿਅਕਤੀ ਹੈ ਜਦੋਂ ਤੁਸੀਂ ਕਿਸੇ ਨੂੰ ਪੁੱਛਦੇ ਹੋ ਤੁਹਾਨੂੰ ਜ਼ਰੂਰ ਦੱਸੇਗਾ, ਅੱਗੇ ਹੋ ਕੇ ਦੱਸੇਗਾ, ਕਿਉਂਕਿ ਉਹਨੂੰ ਕੀ ਲੱਗਦਾ ਕਿ ਵਿਚਾਰਾ ਐਵੇਂ ਭਟਕ ਗਿਆ ਹੈਗਾ। ਇਸੇ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਜਾ ਕੇ ਟੁੱਟੀ ਫੁੱਟੀ ਅੰਗਰੇਜ਼ੀ ਬੋਲੋਗੇ ਤਾਂ ਅਗਲਾ ਸਮਝ ਜਾਏਗਾ ਵੀ ਇਹ ਵਿਦੇਸ਼ੀ ਹੈ ਅਤੇ ਉਹ ਤੁਹਾਡੀ ਹੈਲਪ ਕਰੇਗਾ ਅੱਗੇ ਹੋ ਕੇ। ਇਫ ਯੂ ਸੇ ਵਿਲ ਯੂ ਹੈਵ ਦ ਗੁੱਡਨੈਸ ਸਰ ਟੂ ਡਾਇਰੈਕਟ ਮੀ ਟੂ ਦ ਰੇਲਵੇ ਟਰਮੀਨਸ ਐਟ ਚਾਰਿੰਗ ਕ੍ਰੋਸ। ਸੋ ਕਹਿੰਦਾ ਜੇ ਤੁਸੀਂ ਇੱਦਾਂ ਇੰਨਾ ਲੰਬਾ ਸੈਂਟੈਂਸ ਬੋਲਿਆ, ਵਿਲ ਯੂ ਹੈਵ ਦ ਗੁੱਡਨੈਸ ਸਰ ਟੂ ਡਾਇਰੈਕਟ ਮੀ ਟੂ ਦ ਰੇਲਵੇ ਟਰਮੀਨਸ ਐਟ ਚਾਰਿੰਗ ਕ੍ਰੋਸ pronouncing all the vowels and consonants beautifully, he will not understand you and will suspect you of being a beggar or a confidence trickster। ਸੋ ਕੀ ਕਹਿੰਦਾ ਕਿ ਇਸ ਤੁਸੀਂ ਜਿੰਨੀ ਲੰਮੀ ਗੱਲ ਕਰੋਗੇ, ਜਦੋਂ ਤੁਸੀਂ ਇੰਨਾ will you have the goodness sir ਤਾਂ ਕੀ ਹੋਊਗਾ, ਉਹਨੂੰ ਤੁਹਾਡੀ ਗੱਲ ਨਹੀਂ ਸਮਝ ਆਉਣੀ। ਉਹਨੇ ਜਾਂ ਤਾਂ ਸੋਚਣਾ ਹੈ ਕਿ ਤੁਸੀਂ ਉਹਦੇ ਤੋਂ ਪੈਸੇ ਮੰਗਣੇ ਹੈ, ਜਾਂ ਉਹ ਕੀ ਸੋਚੂਗਾ ਕੌਨਫੀਡੈਂਸ ਟ੍ਰਿਕਸਟਰ ਕੀ ਹੁੰਦਾ, ਠੱਗ। ਸੋ ਤੁਸੀਂ ਵੀ ਬਹੁਤ ਵਾਰੀ ਸੁਣਿਆ ਹੋਣਾ ਹੈ, ਕੋਈ ਬੱਸ ਸਟੈਂਡ 'ਤੇ ਤੁਹਾਨੂੰ ਮਿਲ ਜਾਂਦਾ ਵਿਅਕਤੀ ਔਰ ਤੁਹਾਨੂੰ ਉਹ ਕੀ ਕਹਿੰਦਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੀ ਹਾਂ ਬੈਗਰ ਦੀ। ਬੈਗਰ ਤਾਂ ਕੀ ਹੈ, ਜਿੱਦਾਂ ਕਿ ਕੋਈ ਭਿੱਖ ਮੰਗਾ ਆਪਣੀ ਕਹਾਣੀ ਪੂਰੀ ਸੁਣਾ ਰਿਹਾ ਵੀ ਮੈਂ ਇੱਦਾਂ ਹੋ ਗਿਆ, ਸਾਡੇ ਇੰਨੀ ਬਿਮਾਰੀ ਆ ਗਈ ਵਾਟਸੋਐਵਰ। ਸੋ ਕਹਿੰਦਾ ਜੇ ਤੁਸੀਂ ਲੰਮੀ ਗੱਲ ਕੀਤੀ ਤਾਂ ਉਹਨੂੰ ਸਮਝ ਤਾਂ ਆਉਣੀ ਨਹੀਂ, ਉਹਨੇ ਕਹਿਣਾ ਇਹ ਕੋਈ ਬੈਗਰ ਲੱਗਦਾ ਜਿਹੜੇ ਇੰਨੀ ਲੰਮੀ ਕਹਾਣੀ ਸੁਣਾ ਰਹੇ। ਜਾਂ ਉਹ ਤੁਹਾਨੂੰ ਕੀ ਸੋਚੂਗਾ ਵੀ ਇਹ ਕੀ ਹੈ, ਇੱਕ ਠੱਗ ਹੈ, ਕੌਨਫੀਡੈਂਸ ਟ੍ਰਿਕਸਟਰ ਹੈ। ਫੋਰ ਐਗਜ਼ਾਮਪਲ ਕਿ ਜਿਸ ਤਰ੍ਹਾਂ ਕਈ ਵਾਰ ਤੁਸੀਂ ਵੀ ਬੱਸ ਸਟੈਂਡ 'ਤੇ ਕਈ ਵਾਰ ਤੁਹਾਨੂੰ ਕੋਈ ਬੰਦਾ ਮਿਲ ਜਾਂਦਾ ਤਾਂ ਉਹ ਤੁਹਾਨੂੰ ਕੀ ਕਹਿੰਦਾ ਕਿ ਮੈਂ ਜੀ ਇੱਧਰ ਆ ਰਿਹਾ ਸੀਗਾ, ਮੇਰੀ ਜੇਬ ਕੱਟੀ ਗਈ, ਮੈਂ ਸੂਰਤ ਦਾ ਰਹਿਣ ਵਾਲਾ, ਲੈਟਸ ਸੇ ਵੀ ਮੈਂ ਕਿਸੇ ਹੋਰ ਸਟੇਟ ਦਾ ਰਹਿਣ ਵਾਲਾ ਹੈ ਅਤੇ ਮੇਰੀ ਜੇਬ ਕੱਟੀ ਗਈ ਹੈ, ਸਾਰਾ ਸਮਾਨ ਵੀ ਮੇਰਾ ਕਿਸੇ ਨੇ ਚੱਕ ਲਿਆ। ਹੁਣ ਉਹ ਦੇਖਣ 'ਚ ਕੀ ਲੱਗਦਾ ਵੀ ਪੜ੍ਹਿਆ ਲਿਖਿਆ ਅਤੇ ਚੰਗੀ ਫੈਮਿਲੀ ਦਾ ਲੱਗਦਾ, ਅਤੇ ਉਹ ਕੀ ਕਹਿੰਦਾ ਵੀ ਮੈਨੂੰ ਥੋੜ੍ਹੀ ਜਿਹੀ ਮਦਦ ਕਰ ਦਿਓ, ਮੈਂ ਨਾ ਬੱਸ ਦਾ ਕਿਰਾਇਆ ਵੀ ਨਹੀਂ ਹੈਗਾ ਮੇਰੇ ਕੋਲ, ਥੋੜ੍ਹੀ ਜਿਹੀ ਮਦਦ ਕਰ ਦੋਗੇ, ਮੈਂ ਆਪਣੇ ਸੂਰਤ ਦਾ ਕਿਰਾਇਆ ਲੈ ਕੇ ਅਤੇ ਮੈਂ ਘਰ ਪਹੁੰਚ ਜਾਊਂਗਾ ਕਿਸੇ ਤਰ੍ਹਾਂ ਦੇ ਨਾਲ ਟਿਕਟ ਲੈ ਕੇ। ਸੋ ਤੁਸੀਂ ਕੀ ਕਰਦੇ ਹੋ, ਤੁਸੀਂ ਤਰਸ ਖਾ ਕੇ, ਕਿਉਂਕਿ ਤੁਹਾਨੂੰ ਕੀ ਉਹਨੂੰ ਦੇਖ ਕੇ ਲੱਗਦਾ ਵੀ ਇਹ ਇੰਨਾ ਵਧੀਆ ਗੱਲ ਕਰਨ ਵਾਲਾ ਹੈ, ਇਹਦਾ ਵਾਕਈ ਇਹੀ ਹਾਲ ਹੋਇਆ ਹੈ, ਕੋਈ ਕਿਸੇ ਨੇ ਇਹਦੀ ਜੇਬ ਕੱਟ ਲਈ ਹੈ, ਤੁਸੀਂ ਉਹਨੂੰ ਪੈਸੇ ਦੇ ਦਿੰਦੇ ਹੋ। ਪਰ ਤੁਸੀਂ ਕਈ ਵਾਰੀ ਦੇਖੋਗੇ ਵੀ ਤੁਸੀਂ 6 ਦਿਨਾਂ ਬਾਅਦ ਜਾਂਦੇ ਹੋ ਤਾਂ ਫਿਰ ਉਹ ਬੰਦਾ ਉਹੀ ਤੁਹਾਨੂੰ ਲੱਭਦਾ ਉੱਥੇ ਅਤੇ ਉਹੀ ਕਹਾਣੀਆਂ ਸੁਣਾਉਂਦਾ, ਲੋਕਾਂ ਤੋਂ ਠੱਗ ਰਿਹਾ ਹੁੰਦਾ ਪੈਸੇ। ਇਹਨੂੰ ਆਪਾਂ ਕੀ ਕਹਿੰਦੇ, ਕੌਨਫੀਡੈਂਸ ਟ੍ਰਿਕਸਟਰ। ਸੋ ਕੀ ਕਹਿੰਦਾ ਕਿ ਜਿੰਨੀ ਲੰਮੀ ਗੱਲ ਕਰੋਗੇ ਓਨਾ ਹੀ ਲੰਮਾ ਉਹਨਾਂ ਨੂੰ ਕੀ ਲੱਗੂਗਾ ਵੀ ਇਹ ਤਾਂ ਕੋਈ ਕੀ ਹੈਗਾ, ਇਹ ਤਾਂ ਕੋਈ ਠੱਗ ਲੁਟੇਰਾ ਹੈ। ਸੋ ਕਹਿੰਦਾ ਉਹਨਾਂ ਨੇ ਤੁਹਾਡੀ ਗੱਲ ਹੀ ਨਹੀਂ ਸੁਣਨੀ, ਕਿਉਂਕਿ ਜਿਹੜਾ ਕੌਨਫੀਡੈਂਸ ਟ੍ਰਿਕਸਟਰ ਹੁੰਦਾ, ਜਿਹੜਾ ਠੱਗ ਹੁੰਦਾ, ਉਹ ਵੀ ਕੀ ਕਰਦਾ, ਬੜੀ ਲੰਮੀ ਜਿਹੀ ਆਪਣੀ ਗਾਥਾ ਸੁਣਾਉਂਦਾ। ਸੋ ਕਹਿੰਦਾ ਕਿ ਇਹੋ ਇੱਦਾਂ ਅੰਗਰੇਜ਼ੀ ਨਾ ਬੋਲੀਓ, ਤੁਹਾਨੂੰ ਵੀ ਅਗਲਿਆਂ ਨੇ ਇੱਦਾਂ ਹੀ ਸਮਝਣਾ। ਬਟ ਇਫ ਯੂ ਸ਼ਾਊਟ, ਪਰ ਕਹਿੰਦਾ ਇਸ ਤੋਂ ਉਲਟ ਜੇ ਤੁਸੀਂ ਜ਼ੋਰ ਦੀ ਸ਼ਾਊਟ ਕਰਦੇ ਹੋ ਜਾ ਕੇ, ਪਲੀਜ਼ ਚਾਰਿੰਗ ਕ੍ਰੋਸ ਵਿਚ ਵੇ, ਤੁਸੀਂ ਕੀ ਕਹਿੰਦੇ ਹੋ ਬਈ ਸਿਰਫ ਜਗ੍ਹਾ ਦਾ ਨਾਮ ਬੋਲੋ ਅਤੇ ਗ੍ਰੈਮਰ ਵਗੈਰਾ ਨਾ ਲਾਓ, ਸਿਰਫ ਕੀ ਕਹੋ ਵਿਚ ਵੇ ਪਲੀਜ਼, ਤਾਂ ਕਹਿੰਦਾ ਉਹ ਕਿੰਨੇ ਹੀ ਲੋਕਾਂ ਨੇ ਅੱਗੇ ਆ ਜਾਣਾ ਤੁਹਾਡੀ ਮਦਦ ਕਰਵਾਉਣ ਵਾਸਤੇ। ਯੂ ਵਿਲ ਹੈਵ ਨੋ ਡਿਫੀਕਲਟੀ, ਕਹਿੰਦਾ ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਣੀ, ਲੋਕਾਂ ਨੇ ਅੱਗੇ ਆ ਜਾਣਾ ਆਪ ਹੀ ਤੁਹਾਡੀ ਮਦਦ ਕਰਨ ਵਾਸਤੇ। ਉਹਨਾਂ ਨੂੰ ਕੀ ਲੱਗਣਾ ਕੋਈ ਵਿਦੇਸ਼ੀ ਹੈ ਵਿਚਾਰਾ,
ਹਾਫ ਅ ਡਜ਼ਨ ਪੀਪਲ ਵਿਲ ਇਮੀਡੀਏਟਲੀ ਓਵਰਵੈਲਮ ਯੂ ਵਿਦ ਡਾਇਰੈਕਸ਼ਨ। ਸੋ ਡਜ਼ਨ ਕਿੰਨੇ ਹੁੰਦੇ 12, ਹਾਫ ਅ ਡਜ਼ਨ ਕਿੰਨੇ 6, ਕਹਿੰਦਾ ਕਮ ਸੇ ਕਮ 6 ਲੋਕਾਂ ਨੇ ਅੱਗੇ ਆ ਜਾਣਾ ਕਮ ਸੇ ਕਮ। ਔਰ ਜਿਹੜੇ ਕਿ ਇੱਕਦਮ ਅੱਗੇ ਆਉਣਗੇ ਇਮੀਡੀਏਟਲੀ ਮੀਨਸ ਐਟ ਵਾਂਸ। ਔਰ ਓਵਰਵੈਲਮ ਯੂ ਮੀਨਸ ਕਿ ਤੁਹਾਨੂੰ ਸਮਝ ਨਹੀਂ ਆਉਣੀ ਮੈਂ ਕਿਹਨੂੰ ਸੁਣਾ। ਉਹਨਾਂ ਨੇ ਸਾਰਿਆਂ ਨੇ ਆ ਕੇ ਦੱਸਣ ਲੱਗ ਪੈਣਾ ਵੀ ਇੱਧਰ ਜਾਓ ਇੱਧਰ ਜਾਓ ਇੱਧਰ ਜਾਓ, ਕਿਉਂਕਿ ਉਹਨਾਂ ਨੂੰ ਤੁਹਾਡੇ 'ਤੇ ਤਰਸ ਆ ਜਾਣਾ ਵੀ ਤੁਸੀਂ ਵਿਦੇਸ਼ੀ ਹੋ। Even in private intercourse with cultivated people, you must not speak too well. You must not speak too well. So ਕਹਿੰਦਾ ਉਸ ਤੋਂ ਬਾਅਦ ਸਪੋਜ਼ ਤੁਸੀਂ ਹੁਣ ਤੁਸੀਂ ਹੋ ਗਏ ਉੱਥੇ ਸੈਟਲ ਹੋ ਗਏ ਜਾ ਕੇ ਤਾਂ ਬਿਲਕੁਲ ਟੁੱਟੀ ਫੁੱਟੀ ਬੋਲੋ। ਕਹਿੰਦਾ ਉਸ ਤੋਂ ਬਾਅਦ ਜੇ ਤੁਸੀਂ ਉੱਥੇ ਸੈਟਲ ਵੀ ਹੋ ਜਾਂਦੇ ਹੋ, ਨੌਕਰੀ ਲੱਗ ਗਈ, ਫਿਰ ਵੀ ਕਹਿੰਦਾ ਕਿ ਉੱਥੋਂ ਦੇ ਲੋਕਾਂ ਦੇ ਨਾਲ ਬਹੁਤ ਵਧੀਆ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਨਾ ਕਰੋ ਅੰਗਰੇਜ਼ਾਂ ਦੇ ਨਾਲ। ਅਪਲਾਈ ਦਿਸ ਟੂ ਯੋਰ ਅਟੈਂਪਟਸ ਟੂ ਲਰਨ ਫੋਰਨ ਲੈਂਗੁਏਜਿਸ ਐਂਡ ਨੈਵਰ ਟਰਾਈ ਟੂ ਸਪੀਕ ਦੈਮ ਟੂ ਵੈਲ। ਸੋ ਕਹਿੰਦਾ ਕਿ ਬਹੁਤ ਹੀ ਵਧੀਆ ਅੰਗਰੇਜ਼ੀ ਝਾੜਨ ਦੀ ਲੋੜ ਨਹੀਂ ਹੈ। ਐਂਡ ਡੂ ਨਾਟ ਬੀ ਅਫਰੇਡ ਟੂ ਟਰੈਵਲ। ਸੋ ਕਹਿੰਦਾ ਕਦੀ ਇਹ ਨਾ ਸੋਚੋ ਵੀ ਇੰਗਲਿਸ਼ ਨਹੀਂ ਆਉਂਦੀ ਤਾਂ ਮੈਂ ਟਰੈਵਲ ਨਹੀਂ ਕਰਨਾ, ਕਿਉਂਕਿ ਜਿੰਨੀ ਕੁ ਤੁਹਾਨੂੰ ਆਉਂਦੀ ਉਹ ਮੋਰ ਦੈਨ ਸਫੀਸ਼ੀਐਂਟ ਹੈ, ਤੁਹਾਡਾ ਕੰਮ ਉੱਥੇ ਚੱਲ ਜਾਣਾ। You will be surprised to find how little you need to know or how badly you may pronounce। ਸੋ ਕਹਿੰਦਾ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਤੁਹਾਨੂੰ ਕਿੰਨੀ ਥੋੜ੍ਹੀ ਇੰਗਲਿਸ਼ ਦੀ ਲੋੜ ਹੈ ਬਾਹਰਲੀ ਕੰਟਰੀ ਜਾਣ ਵਾਸਤੇ। ਔਰ ਕਹਿੰਦਾ ਜਿੱਦਾਂ ਮਰਜ਼ੀ ਤੁਸੀਂ ਉਚਾਰਨ ਕਰੋ, ਉਹਨਾਂ ਨੂੰ ਵੀ ਕਹਿੰਦਾ ਕਿਹੜਾ ਵਧੀਆ ਉਚਾਰਨ ਆਉਂਦਾ। ਸੋ ਕਹਿੰਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਈਵਨ ਅਮੰਗ ਇੰਗਲਿਸ਼ ਪੀਪਲ ਟੂ ਸਪੀਕ ਟੂ ਵੈਲ ਇਜ਼ ਅ ਪਿਡਾਂਟਿਕ ਅਫੈਕਟੇਸ਼ਨ। ਸੋ ਕਹਿੰਦਾ ਉੱਥੇ ਜਾ ਕੇ ਵੀ ਜੇ ਬਹੁਤ ਵਧੀਆ ਇੰਗਲਿਸ਼ ਬੋਲੋਗੇ ਤਾਂ ਉਹਨਾਂ ਨੇ ਕੀ ਕਹਿਣਾ ਵੀ ਇਹ ਆਪਣਾ ਗਿਆਨ ਸਾਡੇ ਉੱਤੇ ਝਾੜਦਾ ਪਿਆ, ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਆਉਣੀ। ਇਨ ਅ ਫੋਰਨਰ ਇਟ ਇਜ਼ ਸਮਥਿੰਗ ਵਰਸ ਦੈਨ ਐਨ ਅਫੈਕਟੇਸ਼ਨ। ਸੋ ਕਹਿੰਦਾ ਉੱਥੇ ਵੀ ਜਿਹੜੇ ਲੋਕ ਅੰਗਰੇਜ਼ ਹੈਗੇ ਜਿਹੜੇ ਕਿ ਦੂਜਿਆਂ ਨਾਲ ਬੜੀ ਵਧੀਆ ਇੰਗਲਿਸ਼ ਬੋਲਦੇ ਆ, ਉਹਨਾਂ ਨੂੰ ਵੀ ਲੋਕ ਕੀ ਸੋਚਦੇ ਆ ਵੀ ਇਹ ਸਾਡੇ 'ਤੇ ਰੋਬ ਪਾ ਰਹੇ ਆ ਵੀ ਸਾਨੂੰ ਬਹੁਤ ਆਉਂਦਾ, ਸ਼ੋ ਆਫ ਕਰਦੇ ਪਏ। ਔਰ ਕਹਿੰਦਾ ਫੋਰਨਰਸ ਦੇ ਵਿੱਚ ਤਾਂ ਇਹ ਚੀਜ਼ ਉਹਨਾਂ ਨੂੰ ਬਹੁਤ ਹੀ ਬੁਰੀ ਲੱਗਦੀ ਹੈ। ਉਹਨਾਂ ਨੂੰ ਕੀ ਲੱਗਦਾ ਕਿ ਬਾਹਰਲੇ ਹੋ ਕੇ ਸਾਨੂੰ ਅੰਗਰੇਜ਼ੀ ਸਿਖਾਉਂਦਾ ਵੀ ਅੰਗਰੇਜ਼ਾਂ ਨੂੰ ਇੱਦਾਂ ਲੱਗੂਗਾ। It is an insult to the native who cannot understand his own language when it is too well spoken। ਸੋ ਕਹਿੰਦਾ ਜੇ ਉੱਥੇ ਅੰਗਰੇਜ਼ਾਂ ਦੇ ਨਾਲ ਬੜੀ ਵਧੀਆ ਇੰਗਲਿਸ਼ ਬੋਲੋਗੇ ਤਾਂ ਉਹਨਾਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਣੀ ਹੈ, ਕਿਉਂਕਿ ਉਹਨਾਂ ਨੂੰ ਕੀ ਲੱਗਣਾ ਵੀ ਫੋਰਨਰ ਆ ਕੇ ਸਾਨੂੰ ਇੱਦਾਂ ਦੀ ਇੰਗਲਿਸ਼ ਬੋਲਦਾ ਜਿਹੜੀ ਸਾਨੂੰ ਸਮਝ ਹੀ ਨਹੀਂ ਆ ਰਹੀ, ਜਿਹਦੇ ਨਾਲ ਫਿਰ ਉਹ ਤੁਹਾਡੇ ਨਾਲ ਦੋਸਤੀ ਕਰਨ ਤੋਂ ਹਿਚਕਿਚਾਣਗੇ। ਦੈਟ ਇਜ਼ ਆਲ ਆਈ ਕੈਨ ਟੈਲ ਯੂ, ਦਾ ਰਿਕਾਰਡ ਵਿਲ ਹੋਲਡ ਨੋ ਮੋਰ ਗੁੱਡ ਬਾਏ। ਸੋ ਕਹਿੰਦਾ ਇੰਨਾ ਹੀ ਮੈਂ ਦੱਸ ਸਕਦਾ, ਕਿਉਂਕਿ ਇਸ ਤੋਂ ਵੱਧ ਉਹ ਜਿਹੜਾ ਰਿਕਾਰਡਿੰਗ ਹੈ ਉਹ ਇਸ ਤੋਂ ਵੱਧ ਹੀ ਨਹੀਂ ਹੋ ਸਕਦੀ। ਸੋ ਨਾਓ ਆਈ ਆਲਸੋ ਮੇਕ ਐਨ ਐਂਡ ਹੀਅਰ। ਅਤੇ ਇਹਨੂੰ ਸਮਝੋ ਚੰਗੀ ਤਰ੍ਹਾਂ ਦੇ ਨਾਲ ਐਂਡ ਵੀਲ ਡਿਸਕਸ ਦ ਕੁਐਸਚਨਸ।